जो नर दुख में दुख नहीं मानै, सुख सनेह अर भै नहीं जांकै, कंचन माटी मानै। जुगो जुग अटल चावर छत्र तख दे मालिक, हाजरा हजूर ਜ਼ਾਰਾ ਜ਼ਹੂਰ ਸ਼ਬਦ ਗੁਰੂ। ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਅੰਮ੍ਰਿਤ ਵੇਲੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਸਤਸੰਗੀ ਜਨੋ, ਵਡਿਆਂ ਭਾਗਾਂ ਵਾਲੇ ਹੋ। ਗੁਰਦੇਵ ਦੀ ਅਪਾਰ ਕਿਰਪਾ ਸਦਕਾ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਅੰਦਰ ਆਪ ਜੀਆਂ ਨੇ ਹਾਜ਼ਰੀਆਂ ਭਰੀਆਂ ਨੇ। ਰੱਬੀ ਬਾਣੀ ਦੇ ਕੀਰਤਨ ਤੋਂ ਉਪਰੰਤ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਇਸ ਵਾਰੀ 400ਵਾਂ ਪਾਵਨ ਸ਼ਹੀਦੀ ਦਿਵਸ ਹੈ, ਗੁਰਦੇਵ ਦੇ ਪਾਵਨ ਜੀਵਨ ਇਤਿਹਾਸ ਦੇ ਵਿੱਚੋਂ ਪੰਛੀ ਝਾਤ ਮਾਰ ਰਹੀ ਹਾਂ। ਗੁਰਦੇਵ ਦਾ ਪੂਰਾ ਮੁਕੰਮਲ ਇਤਿਹਾਸ ਕੁਝ ਦਿਨਾਂ ਦੇ ਵਿੱਚ ਬਿਆਨ ਕਰਨਾ ਬੜੀ ਔਖੀ ਖੇਡ ਹੈ। ਗੁਰਦੇਵ ਦੀ ਪਾਵਨ ਬਾਣੀ ਦੇ ਵਿੱਚੋਂ ਵੀ ਕੁਝ ਸ਼ਬਦਾਂ ਨੂੰ ਅਸੀਂ ਲਿਆ ਹੋਇਆ ਹੈ, ਜਿਵੇਂ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ 57 ਸ਼ਲੋਕ, ਜਿਨ੍ਹਾਂ ਨੂੰ ਅਸੀਂ 9ਵੇਂ ਮਹੱਲੇ ਦੇ ਸ਼ਲੋਕ ਕਹਿੰਦੇ ਹਾਂ। ਔਰ ਗੁਰੂ ਪਾਤਸ਼ਾਹ ਦੇ 59 ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਅੰਦਰ। ਇੰਜ ਕਹਿ ਲਵਾਂ ਕਿ ਸਤਿਗੁਰ ਮਹਾਰਾਜ ਦੀ ਪਾਵਨ ਬਾਣੀ ਜੋ ਤਕਰੀਬਨ 116 ਦਾ ਟੋਟਲ ਬਣਦਾ ਹੈ, 57 ਸ਼ਲੋਕ ਨੇ ਪਾਤਸ਼ਾਹ ਦੇ, 59 ਸ਼ਬਦ ਨੇ। ਬਾਬਾ ਫਰੀਦ ਸਾਹਿਬ ਦੀ ਬਾਣੀ ਆਰੰਭਕ ਬਾਣੀ ਹੈ ਭਗਤਾਂ ਦੇ ਵਿੱਚੋਂ, ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਬਾਣੀ ਸਭ ਤੋਂ ਅਖੀਰਲੀ ਬਾਣੀ ਗੁਰੂ ਸਾਹਿਬਾਨਾਂ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਅੰਦਰ ਅੰਕਿਤ ਹੈ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਪਿਛਲੇ ਦੀਵਾਨਾਂ ਦੇ ਅਸੀਂ ਅਰਜ਼ ਕੀਤੀ ਹੈ ਕਿ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਬਕਾਲੇ ਦੀ ਧਰਤੀ ਦੇ ਉੱਪਰ ਪ੍ਰਗਟ ਹੋਏ ਨੇ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਫਿਰ ਆਪਣੇ ਪੜਦਾਦਾ ਸਤਿਕਾਰਯੋਗ ਧੰਨ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਸਥਾਨ ਸੱਚਖੰਡ ਅੰਮ੍ਰਿਤਸਰ ਦਰਬਾਰ ਸਾਹਿਬ ਪਹੁੰਚੇ ਨੇ, ਜਿੱਥੇ ਦਰਬਾਰ ਸਾਹਿਬ ਦੇ ਪਹਿਲੀ ਵਾਰ ਦਰਵਾਜ਼ੇ ਬੂਹੇ ਬੰਦ ਕਰ ਦਿੱਤੇ ਗਏ ਸਨ। ਮਹਾਰਾਜ ਦਰਬਾਰ ਸਾਹਿਬ ਅੰਦਰ ਨਹੀਂ ਗਏ। ਬਾਹਰ ਜਦੋਂ ਆ ਕੇ ਸ਼ਹਿਰ ਤੋਂ ਬੈਠੇ ਮਾਈਆਂ ਨੇ ਆ ਕੇ ਸੇਵਾ ਕੀਤੀ। ਗੁਰੂ ਪਾਤਸ਼ਾਹ ਨੇ ਇਹ ਉਹਨਾਂ ਨੂੰ ਬਲੈਸਿੰਗ ਦਿੱਤੀ ਹੈ, ਇਹ ਆਸ਼ੀਰਵਾਦ ਦੇ ਬਚਨ ਬੋਲੇ ਸਨ ਕਿ ਮਾਈਆਂ ਰੱਬ ਰਜਾਈਆਂ ਭਗਤੀ ਲਾਈਆਂ। ਇੱਥੇ ਤੱਕ ਦਾ ਇਤਿਹਾਸ ਸਰਵਣ ਕੀਤਾ ਹੈ। ਸਤਿਗੁਰੂ ਮਹਾਰਾਜ ਮਾਲਵੇ ਦੀ ਧਰਤੀ ਦੇ ਉੱਪਰ ਲੋਕਾਈ ਨੂੰ ਉਤਾਰਦੇ ਨੇ, ਤੇ ਹੁਣ ਮਾਲਵੇ ਦੀ ਧਰਤੀ ਤੋਂ ਪੈਂਡਾ ਦਰ ਪੈਂਡਾ ਗੁਰਦੇਵ ਪਾਤਸ਼ਾਹ ਅਸਾਮ ਦੀ ਧਰਤੀ ਉੱਪਰ ਪਹੁੰਚਦੇ ਨੇ। ਮੈਂ ਪਹਿਲਾਂ ਅਰਜ਼ ਕੀਤੀ ਹੈ ਕਿ ਜਿਨ੍ਹਾਂ ਥਾਵਾਂ ਦੇ ਉੱਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਗਏ ਨੇ, ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਬਾਅਦ ਜੇ ਗੁਰੂਆਂ ਦੇ ਵਿੱਚੋਂ ਉਹਨਾਂ ਥਾਵਾਂ ਦੇ ਉੱਪਰ ਕੋਈ ਗਏ ਨੇ ਤੇ ਉਹ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਨੇ। ਉਹ ਗੁਰੂ ਬਣਨ ਤੋਂ ਪਹਿਲਾਂ ਵੀ ਔਰ ਗੁਰੂ ਬਣਨ ਤੋਂ ਬਾਅਦ ਵੀ ਗੁਰੂ ਪਾਤਸ਼ਾਹ ਨੇ ਉਹਨਾਂ ਥਾਵਾਂ ਦੇ ਉੱਪਰ ਪ੍ਰਚਾਰ ਫੇਰੀਆਂ ਕੀਤੀਆਂ। ਅਸਾਮ ਦੀ ਧਰਤੀ ਦੇ ਉੱਪਰ ਜਦੋਂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਪਹੁੰਚੇ ਨੇ, ਤੇ ਇਤਿਹਾਸ ਨੇ ਇਸ ਗੱਲ ਨੂੰ ਸੰਭਾਲਿਆ ਹੈ ਕਿ ਰਾਜਾ ਰਾਮ ਰਾਏ ਜੋ ਉੱਥੇ ਦਾ ਰਾਜਾ ਹੈ, ਉਸ ਦੇ ਘਰ ਕੋਈ ਸੰਤਾਨ ਨਹੀਂ। ਬੜੀ ਸੇਵਾ ਉਹਨੇ ਕੀਤੀ। ਸਤਿਗੁਰੂ ਮਹਾਰਾਜ ਦਿਲਾਂ ਦੀਆਂ ਜਾਣਨ ਵਾਲੇ ਆਖਣਗੇ, ਰਾਜਾ ਰਾਮ ਜੀ, ਜੋ ਤੁਹਾਡੇ ਮਨ ਦੇ ਵਿੱਚ ਹੈ ਤੁਸੀਂ ਮੰਗ ਲਿਓ। ਹੱਥ ਜੋੜ ਕੇ ਆਖਣ ਲੱਗਾ, ਦਾਤਾ ਘਰ ਦੇ ਅੰਦਰ ਸਭ ਸੁੱਖ ਨੇ, ਪਰ ਘਰ ਦੇ ਅੰਦਰ ਜੇ ਕਿਸੇ ਚੀਜ਼ ਦੀ ਘਾਟ ਹੈ ਤੇ ਕੇਵਲ ਇੱਕ ਚਿਰਾਗ ਦੀ, ਘਰ ਦੇ ਅੰਦਰ ਕੋਈ ਬੱਚਾ ਨਹੀਂ ਹੈ।
ਸਤਿਗੁਰੂ ਮਹਾਰਾਜ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਸੂਝ ਪ੍ਰਕਾਸ਼ ਗ੍ਰੰਥ ਦੇ ਕਰਤਾ ਲਿਖਦੇ ਨੇ, ਜੋ ਗੁਰੂ ਧਾਮਾਂ ਦੇ ਉੱਪਰ ਸੂਰਜ ਪ੍ਰਕਾਸ਼ ਗ੍ਰੰਥ ਦੀ ਕਥਾ ਹੁੰਦੀ ਹੈ, ਉਸ ਗ੍ਰੰਥ ਦੇ ਅੰਦਰ ਇਹ ਅੰਕਿਤ ਹੈ ਕਿ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਆਪਣੇ ਉਂਗਲੀ ਦੇ ਅੰਦਰ ਜੋ ਅੰਗੂਠੀ ਪਾਇਆ ਕਰਦੇ ਸਨ, ਛਾਪ ਪਾਇਆ ਕਰਦੇ ਸਨ, ਉਸ ਦੇ ਵਿੱਚ ਇੱਕ ਓੰਕਾਰ ਦੀ ਬਣਤਰ ਬਣੀ ਹੋਈ ਸੀ। ਜੋ ਕਿਸੇ ਸ਼ਰਧਾਲੂ ਨੇ ਮਹਾਰਾਜ ਦੇ ਚਰਨਾਂ ਦੇ ਭੇਟਾ ਕੀਤੀ ਸੀ, ਮਹਾਰਾਜ ਨੇ ਉਹ ਅੰਗੂਠੀ ਹੀ ਰਾਜਾ ਰਾਮ ਦੇ ਮਸਤਕ ਦੇ ਉੱਪਰ, ਸੀਸ ਦੇ ਉੱਪਰ ਲਾਈ ਤੇ ਆਖਣ ਲੱਗੇ ਤੇਰੇ ਘਰ ਬੱਚਾ ਤੇ ਹੋਏਗਾ, ਪਰ ਇਹ ਨਿਸ਼ਾਨ ਵੀ ਉਹਦੇ ਮੱਥੇ ਦੇ ਉੱਪਰ ਹੋਏਗਾ। ਸਤਿਗੁਰੂ ਮਹਾਰਾਜ ਦੀ ਅਪਾਰ ਰਹਿਮਤਾਂ ਕਿਰਪਾ ਸਦਕਾ ਸਾਲ ਦੇ ਬਾਅਦ ਰਤਨ ਰਾਏ ਉਹਦੇ ਘਰ ਬੱਚੇ ਨੇ ਜਨਮ ਲਿਆ, ਜਿਹਦਾ ਨਾਮ ਰਤਨ ਰਾਏ ਰੱਖਿਆ ਗਿਆ। ਆਪਦੇ ਗਿਆਤ ਵਸਤੇ ਦੱਸਦੇ ਹਾਂ, ਇਹ ਰਤਨ ਰਾਏ ਉਹ ਰਾਜਾ ਹੈ ਜੋ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਦਰਬਾਰ ਦੇ ਵਿੱਚ ਜਦੋਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਤਖਤ ਨਸ਼ੀਨ ਹੋਏ, ਤਖਤ ਪਰ ਸੁਸ਼ੋਭਿਤ ਹੋਏ, ਤੇ ਰਤਨ ਰਾਏ ਮਹਾਰਾਜ ਦੇ ਦਰਬਾਰ ਦੇ ਅੰਦਰ ਪਹੁੰਚਿਆ ਸੀ। ਉਸ ਦੇ ਮਸਤਕ ਦੇ ਉੱਪਰ ਉਸੇ ਤਰ੍ਹਾਂ ਦੀ ਛਾਪ ਬਣੀ ਹੋਈ ਹੈ ਤੇ ਉਸਨੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਆਪਣੇ ਕੋਲੋਂ ਇੱਕ ਚਿੱਟਾ ਹਾਥੀ ਜਿਹੜਾ ਹੈ ਉਹ ਭੇਟਾ ਕੀਤਾ ਸੀ, ਔਰ ਨਾਲ ਹੀ 5 ਕਲਾ ਸ਼ਸਤਰ, ਉਹ ਸ਼ਸਤਰ ਜਿਹੜਾ 5 ਢੰਗਾਂ ਦੇ ਨਾਲ, 5 ਤਰੀਕਿਆਂ ਦੇ ਨਾਲ ਚੱਲਦਾ ਹੈ, ਉਹ ਸ਼ਸਤਰ ਭੇਟਾ ਕੀਤਾ। ਔਰੰਗਜ਼ੇਬ ਜੋ ਦੂਸਰੇ ਪਾਸੇ ਜਦੋਂ ਅਸੀਂ ਗੱਲ ਕਰਦੇ ਹਾਂ, ਤੇ ਔਰੰਗਜ਼ੇਬ ਜਿਹਦਾ ਅਹਿਲਕਾਰ ਹੈ ਵਰਸਾਇਆ ਹੋਇਆ, ਜਿਹਦਾ ਨਾਮ ਹੈ ਰਾਜਾ ਰਾਮ ਸਿੰਘ, ਉਸ ਦੀ ਕੈਦ ਦੇ ਵਿੱਚੋਂ ਸ਼ਿਵਾਜੀ ਮਰਹੱਟਾ ਜੀ ਛੁੱਟ ਕੇ ਨਿਕਲ ਗਏ, ਕੈਦ ਦੇ ਵਿੱਚੋਂ ਬਾਹਰ ਨਿਕਲ ਗਏ। ਔਰੰਗਜ਼ੇਬ ਨੇ ਆਪਣੇ ਦਰਬਾਰ ਦੇ ਅੰਦਰ ਰਾਜਾ ਰਾਮ ਸਿੰਘ ਨੂੰ ਬੁਲਾਇਆ ਤੇ ਕਹਿਣ ਲੱਗਾ ਕਿ ਤੇਰੀ ਕੈਦ ਦੇ ਵਿੱਚੋਂ ਮਰਹੱਟਾ ਸ਼ਿਵਾਜੀ ਜੋ ਨੇ ਉਹ ਕਿਵੇਂ ਛੁੱਟ ਗਏ। ਉਹ ਆਖਣ ਲੱਗਾ ਕਿ ਦਾਤਾ ਪਤਾ ਨਹੀਂ, ਬੜੇ ਯਤਨ ਕੀਤੇ ਨੇ, ਪਰ ਉਹ ਕਿਸੇ ਢੰਗ ਦੇ ਨਾਲ ਜੇਲ੍ਹ ਦੇ ਵਿੱਚੋਂ ਨਿਕਲ ਗਿਆ ਹੈ। ਔਰੰਗਜ਼ੇਬ ਨੇ ਆਪਣੇ ਮਨ ਦੇ ਅੰਦਰ ਇਹ ਸੋਚਿਆ ਕਿ ਬੰਗਾਲ, ਅਸਾਮ ਵੱਲ ਇਸ ਨੂੰ ਜਿੱਤਣ ਲਈ ਭੇਜਿਆ ਜਾਏ, ਕਿਉਂਕਿ ਆਪ ਇਹ ਰਾਜਪੂਤ ਹੈ। ਜੇ ਉੱਥੇ ਜਾ ਕੇ ਮਾਰਿਆ ਗਿਆ ਤੇ ਸਾਰਾ ਜਿਤਨਾ ਵੀ ਇਹਦੇ ਅਖਤਿਆਰ ਦੇ ਵਿੱਚ ਫੌਜਾਂ ਨੇ ਉਹ ਸਾਰੀਆਂ ਮੇਰੀਆਂ ਹੋ ਜਾਣਗੀਆਂ, ਜੇ ਜਿੱਤ ਗਿਆ ਤੇ ਉਹ ਤਾਂ ਸਾਰੀ ਸਲਤਨਤ ਮੇਰੀ ਹੀ ਹੋਣੀ ਹੈ। ਇਸ ਲਈ ਔਰੰਗਜ਼ੇਬ ਨੇ ਰਾਜਾ ਰਾਮ ਸਿੰਘ ਨੂੰ ਅਸਾਮ ਵੱਲ ਭੇਜਿਆ। ਇੱਥੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਢਾਕੇ ਦੀ ਧਰਤੀ ਦੇ ਉੱਪਰ ਰਾਜਾ ਰਾਮ ਸਿੰਘ ਦੇ ਨਾਲ, ਮਹਾਰਾਜ ਦੇ ਨਾਲ ਵਿਚਾਰਾਂ ਹੁੰਦੀਆਂ ਨੇ, ਔਰ ਉਸ ਵੇਲੇ ਰਾਜਾ ਰਾਮ ਸਿੰਘ ਡਰਿਆ ਹੋਇਆ ਹੈ। ਉਹ ਜਾਣਦਾ ਹੈ ਕਿ ਬੰਗਾਲ ਦੇ ਵਿੱਚ ਜਾਂ ਉੱਥੇ ਅਸਾਮ ਦੇ ਵਿੱਚ ਜਾਦੂ ਟੂਣੇ ਦਾ ਬੜਾ ਪ੍ਰਭਾਵ ਹੈ। ਉਹ ਆਖਦਾ ਹੈ ਕਿ ਬ੍ਰਹਮਪੁਰੇ ਦਾ ਜੋ ਰਾਜਾ ਹੈ, ਭਾਵੇਂ ਮੇਰੀਆਂ ਫੌਜਾਂ ਨੇ, ਪਰ ਉੱਥੇ ਜਾਦੂ ਦੇ ਨਾਲ ਲੋਕਾਂ ਨੂੰ ਅੰਨਾ ਕਰ ਦਿੱਤਾ ਜਾਂਦਾ ਹੈ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਉਹਨੂੰ ਵਿਸ਼ਵਾਸ ਦਿਵਾਇਆ। ਆਖਣ ਲੱਗੇ ਤੂੰ ਆਪਣੀਆਂ ਫੌਜਾਂ ਦੀ ਤਿਆਰੀਆਂ ਕਰ, ਇਹਨਾਂ ਜਾਦੂਆਂ ਟੂਣਿਆਂ ਦੇ ਵਿੱਚ ਕੁਝ ਨਹੀਂ ਰੱਖਿਆ ਹੋਇਆ, ਕਿਉਂਕਿ ਮਹਾਰਾਜ ਨੇ ਇਹਨਾਂ ਕਰਮ ਕਾਂਡਾਂ ਦੇ ਵਿੱਚੋਂ ਸਾਨੂੰ ਬਾਹਰ ਕੱਢਿਆ ਹੈ। ਮੈਂ ਆਪ ਜੀ ਦਾ ਧਿਆਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਸਮੇਂ ਲੈ ਕੇ ਜਾਵਾਂ, ਜਦੋਂ ਬਾਬਰ ਨੇ ਹਿੰਦੁਸਤਾਨ ਦੇ ਉੱਪਰ ਹਮਲਾ ਕੀਤਾ ਤੇ ਇੱਥੋਂ ਦੇ ਜੋ ਮੌਲਵੀ ਸਨ ਜਾਂ ਇੱਥੇ ਦੇ ਜੋ ਆਗੂ ਬ੍ਰਾਹਮਣ ਸਨ, ਉਹਨਾਂ ਨੇ ਇੱਥੇ ਦੇ ਲੋਕਾਂ ਨੂੰ ਇਹ ਕਹਿ ਕੇ ਹਥਿਆਰ ਵਾਪਸ ਰਖਵਾਤੇ ਕਿ ਤੁਹਾਨੂੰ ਲੜਨ ਦੀ ਲੋੜ ਨਹੀਂ ਹੈ, ਅਸੀਂ ਐਸੇ ਮੰਤਰ ਪੜਾਂਗੇ, ਐਸੇ ਜੰਤਰ ਪੜਾਂਗੇ ਕਿ ਉਹ ਸਾਰੇ ਮੁਗਲ ਅੰਨੇ ਹੋ ਜਾਣਗੇ, ਔਰ ਉਹਨਾਂ ਨੇ ਹਿੰਦੁਸਤਾਨ ਦਾ ਕੁਝ ਵੀ ਵਿਗਾੜਨਾ ਨਹੀਂ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਫਿਰ ਉਹਨਾਂ ਲੋਕਾਂ ਨੂੰ ਸੱਚ ਦਾ ਸੁਨੇਹਾ ਦੇ ਕੇ ਇਹ ਬਚਨ ਕਹੇ ਸਨ ਕਿ ਕੋਈ ਮੁਗਲ ਨਾ ਹੋਵਾ ਅੰਧਾ, ਕਿਨੇ ਨਾ ਪਰਚਾ ਲਾਇਆ, ਮੁਗਲ ਪਠਾਣਾ ਭਈ ਲੜਾਈ, ਰਣ ਮੈਂ ਤੇਗ ਵਗਾਈ, ਜਿਨ ਕੀ ਜੀਰੀ ਦਰਗਾਹ ਪਾਟੀ ਤਿਨਾ ਮਰਨਾ ਪਾਈ। ਮਹਾਰਾਜ ਆਖਦੇ ਕਿ ਕੋਈ ਵੀ ਮੁਗਲ ਅੰਨਾ ਨਹੀਂ ਹੋਇਆ, ਭਾਵ ਕਿ ਬਾਬਰ ਨੇ ਉਸ ਵੇਲੇ ਦੇ ਮੁਗਲਾਂ ਨੇ ਆ ਕੇ ਹਿੰਦੁਸਤਾਨ ਦੇ, ਭਾਵੇਂ ਉਹ ਧਨ ਸੰਪਦਾ ਹੈ, ਇੱਥੋਂ ਦੀ ਪ੍ਰਾਪਰਟੀ ਹੈ, ਜਾਇਦਾਦ ਹੈ, ਇੱਥੋਂ ਤੱਕ ਕਿ ਇੱਥੋਂ ਦੀਆਂ ਜੋ ਬੱਚੀਆਂ ਸਨ ਉਹਨਾਂ ਨੂੰ ਵੀ ਗੁਲਾਮ ਬਣਾ ਕੇ ਆਪਣੇ ਨਾਲ ਲੈ ਗਏ ਸਨ।
ਮਹਾਰਾਜ ਨੇ ਆਖਿਆ ਕਿ ਜਿਹੜੇ ਧਰਮ ਦੇ ਆਗੂ ਸਨ ਉਹਨਾਂ ਨੂੰ ਚਾਹੀਦਾ ਸੀ ਕਿ ਜਿੱਥੇ ਪਾਠ ਪੂਜਾ ਕਰਦੇ ਲੋਕਾਂ ਨੂੰ ਸੱਚ ਦਾ ਸੁਨੇਹਾ ਦੇਣਾ, ਜੇ ਉਹਨਾਂ ਦੇ ਹੱਥਾਂ ਦੇ ਅੰਦਰ ਤਲਵਾਰ ਪਕੜਾਈ ਹੁੰਦੀ ਤੇ ਬਾਬਰ ਨੇ ਜਿਤਨਾ ਹਮਲਾ ਹਿੰਦੁਸਤਾਨ ਦੇ ਉੱਪਰ ਕੀਤਾ ਇਤਨਾ ਘਾਣ ਨਾ ਹੁੰਦਾ। ਕਿਉਂਕਿ ਮਹਾਰਾਜ ਨੇ 4 ਸ਼ਬਦ ਉਚਾਰਨ ਕੀਤੇ ਨੇ ਜਿਹਨੂੰ ਬਾਬਰ ਬਾਣੀ ਕਿਹਾ ਜਾਂਦਾ ਹੈ। ਸਤਿਗੁਰ ਮਹਾਰਾਜ ਨੇ ਉਸ ਉੱਥੇ ਪਾਵਨ ਬਚਨਾਂ ਅੰਦਰ ਲੋਕਾਂ ਨੂੰ ਸੱਚ ਦਾ ਸੁਨੇਹਾ ਦਿੱਤਾ। ਇੱਥੇ ਵੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਆਖਣ ਲੱਗੇ, ਰਾਜਾ ਰਾਮ ਸਿੰਘ ਜੀ ਤੁਸੀਂ ਆਪਣੀ ਪੂਰੀ ਤਿਆਰੀ ਰੱਖੋ ਤੇ ਜੋ ਹੋਏਗਾ ਮਾਲਕ ਭਲੀ ਕਰੇਗਾ। ਹੁਣ ਇੱਥੇ ਤੁਸੀਂ ਇੱਕ ਗੱਲ ਯਾਦ ਰੱਖਣਾ ਕਿ ਅਸੀਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਕੇਵਲ ਇੱਕ ਬੈਰਾਗ ਦੀ ਮੂਰਤ, ਇੱਕ ਤਿਆਗ ਦੀ ਮੂਰਤ ਕਰਕੇ ਹੀ ਸੰਸਾਰ ਦੇ ਵਿੱਚ ਮਹਾਰਾਜ ਨੂੰ ਉਸ ਨਾਮ ਦੇ ਨਾਲ ਜਾਣਦੇ ਹਾਂ। ਪਰ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਰਾਜਨੀਤਿਕ ਵਿੱਚ ਕਿਤਨਾ ਉੱਚਾ ਕੱਦ ਹੈ ਕਿ ਉਸ ਵੇਲੇ ਦੇ ਰਾਜਾ ਜਿਹੜਾ ਕਿ ਔਰੰਗਜ਼ੇਬ ਨੂੰ ਭੇਜਿਆ ਹੋਇਆ, ਦੂਸਰੇ ਪਾਸੇ ਬ੍ਰਹਮਪੁਰੇ ਦਾ ਰਾਜਾ, ਉਹਨਾਂ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਸੁਲਹ ਕਰਵਾ ਦਿੰਦੇ ਨੇ, ਉਹ ਜੰਗ ਨਹੀਂ ਹੁੰਦੀ। ਤੇ ਦੋਵੇਂ ਰਾਜੇ ਉਹਨਾਂ ਦੀ ਗੱਲ ਮੰਨਣ ਜਿਨ੍ਹਾਂ ਨੂੰ ਉਹ ਚੰਗੀ ਤਰ੍ਹਾਂ ਜਾਣਦੇ ਹੋਣ। ਤੁਸੀਂ ਸੋਚ ਕੇ ਦੇਖੋ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਉਸ ਵੇਲੇ ਕਿਤਨਾ ਉੱਚਾ ਕੱਦ ਹੋਏਗਾ ਕਿ ਦੋਵੇਂ ਰਾਜੇ ਇਸ ਗੱਲ ਨੂੰ ਮੰਨ ਕੇ ਉਹਨਾਂ ਦੀਆਂ ਸੀਮਾ ਜਿਹੜੀਆਂ ਨੇ ਉਹ ਨਿਰਧਾਰਿਤ ਕੀਤੀਆਂ ਗਈਆਂ। ਉਹਨਾਂ ਦੋਹਾਂ ਰਾਜਿਆਂ ਨੇ ਬੇਨਤੀ ਕੀਤੀ, ਸਤਿਗੁਰੂ ਪਾਤਸ਼ਾਹ ਸਾਡੀ ਸੀਮਾ ਨਿਰਧਾਰਿਤ ਹੋ ਗਈ ਹੈ ਔਰ ਜਿਹੜੀ ਜੰਗ ਦੇ ਵਿੱਚ ਘਾਣ ਹੋਣਾ ਸੀ ਉਹ ਘਾਣ ਵੀ ਨਹੀਂ ਹੋਇਆ, ਅਸੀਂ ਕੀ ਕਰ ਸਕਦੇ ਹਾਂ। ਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਬਚਨ ਕੀਤੇ, ਕਹਿਣ ਲੱਗੇ ਤੁਸੀਂ ਕੁਝ ਕਰਨਾ ਹੀ ਚਾਹੁੰਦੇ ਹੋ ਨਾ। ਤੇ ਇਸ ਥਾਂ ਦੇ ਉੱਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਆਏ ਸਨ। ਮਹਾਰਾਜ ਦੀ ਯਾਦ ਦੇ ਵਿੱਚ ਇੱਥੇ ਗੁਰਦੁਆਰਾ ਬਣਾਇਆ ਜਾਏ ਤੇ ਜਿਹੜੀਆਂ ਢਾਲਾਂ ਦੇ ਨਾਲ ਉਹ ਜੰਗ ਦੇ ਅੰਦਰ ਲੜਨ ਆਏ ਸਨ, ਉਹਨਾਂ ਢਾਲਾਂ ਦੇ ਵਿੱਚ ਮਿੱਟੀ ਪਾ ਕੇ ਉਹ ਥਾਂ ਜਿਹੜਾ ਹੈ ਥੜਾ ਬਣਾਇਆ ਗਿਆ, ਉੱਥੇ ਗੁਰਦੁਆਰਾ ਬਣਾਇਆ ਗਿਆ। ਅੱਜ ਵੀ ਅਸਾਮ ਦੀ ਧਰਤੀ ਦੇ ਉੱਪਰ ਉਹ ਇਤਿਹਾਸਿਕ ਗੁਰਦੁਆਰਾ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਨਾਮ ਦੇ ਉੱਪਰ, ਜੋ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਉੱਥੇ ਪ੍ਰਚਾਰ ਫੇਰੀ ਦੇ ਸਮੇਂ ਬਣਾਇਆ ਗਿਆ, ਉਹ ਮੌਜੂਦ ਹੈ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਸੁਨੇਹਾ ਮਿਲਦਾ ਹੈ ਇੱਥੇ ਕਿ ਆਪ ਜੀ ਦੇ ਘਰ ਬੱਚੇ ਨੇ ਜਨਮ ਲਿਆ ਹੈ। ਗੋਬਿੰਦ ਰਾਏ ਜੀ ਨੇ, ਭਾਵ ਧੰਨ ਗੁਰੂ ਕਲਗੀਧਰ ਪਾਤਸ਼ਾਹ ਨੇ ਪਟਨੇ ਦੀ ਧਰਤੀ ਪਰ ਜਨਮ ਲਿਆ ਹੈ। ਹੁਣ ਦੇਖੋ, ਕਿਸੇ ਸੰਸਾਰਿਕ ਦੇ ਘਰ ਬੱਚੇ ਨੇ ਜਨਮ ਲਿਆ ਹੋਏ ਔਰ ਇਤਨੇ ਸਾਲਾਂ ਤੋਂ ਬਾਅਦ ਲਿਆ ਹੋਏ, 30 ਸਾਲਾਂ ਤੋਂ ਬਾਅਦ ਵਿਆਹ ਦੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਦੇ ਗ੍ਰਹਿ ਵਿਖੇ ਗੋਬਿੰਦ ਰਾਏ ਧੰਨ ਗੁਰੂ ਕਲਗੀਧਰ ਪਾਤਸ਼ਾਹ ਦਾ ਪ੍ਰਕਾਸ਼ ਹੋਇਆ। ਮੈਂ ਕਹਿੰਦਾ ਕਿ ਬੰਦਾ ਜੇ ਦੇਸ਼ ਪ੍ਰਦੇਸ਼ਾਂ ਦੇ ਵਿੱਚ ਹੀ ਹੋਏ ਨਾ ਤੇ ਫਲਾਈਟ ਪਹਿਲੀ ਲੈ ਕੇ ਘਰ ਪਹੁੰਚੇਗਾ, ਪਰ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਵਾਪਸ ਨਹੀਂ ਆਏ। ਮਹਾਰਾਜ ਨੂੰ ਢਾਕੇ ਤੋਂ ਅੱਗੇ ਪ੍ਰਚਾਰ ਫੇਰੀ ਵੱਲ ਨਿਕਲ ਗਏ ਨੇ। ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਗੋਬਿੰਦ ਰਾਏ ਦੀ ਉਮਰ ਪੌਣੇ 5 ਸਾਲ ਦੀ ਹੋ ਗਈ ਜਦੋਂ ਪਹਿਲੀ ਵਾਰ ਪਿਤਾ ਔਰ ਪੁੱਤਰ ਦਾ ਮਿਲਾਪ ਹੋਇਆ। ਮਹਾਰਾਜ ਪ੍ਰਚਾਰ ਫੇਰੀ ਤੋਂ ਵਾਪਸ ਜਦੋਂ ਆਏ, ਮਾਖੋਵਾਲ ਦੀ ਧਰਤੀ ਜਿਸ ਨੂੰ ਅੱਜ ਆਨੰਦਪੁਰ ਸਾਹਿਬ ਕਿਹਾ ਜਾਂਦਾ ਹੈ, ਆਨੰਦਪੁਰ ਸਾਹਿਬ ਦੀ ਧਰਤੀ ਉਹ ਇੱਕ ਮਾਖੋਵਾਲ ਡਾਕੂ ਦੇ ਨਾਮ ਦੇ ਉੱਪਰ ਵਸੀ ਹੋਈ ਹੈ। ਸਤਿਗੁਰੂ ਮਹਾਰਾਜ ਨੇ ਉਸ ਵੇਲੇ 500 ਟੱਕਿਆਂ ਦੇ ਰਾਹੀਂ, ਜਾਂ ਕਹਿ ਲਓ 500 ਰੁਪਏ ਸੌਖਾ ਕਰਦੇ ਆ, 500 ਰੁਪਏ ਦੀ ਉਹ ਜ਼ਮੀਨ ਜਿਹੜੀ ਹੈ ਗੁਰੂ ਪਾਤਸ਼ਾਹ ਨੇ ਆਪ ਮੁੱਲ ਖਰੀਦੀ ਤੇ ਉਸ ਧਰਤੀ ਦਾ ਨਾਮ ਰੱਖਿਆ ਗਿਆ ਚੱਕ ਨਾਨਕੀ, ਕਿਉਂਕਿ ਨਾਨਕੀ ਜਿਹੜਾ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਮਾਤਾ ਜੀ ਦਾ ਨਾਮ ਹੈ। ਮੇਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਦੇ ਘਰੋਂ ਧਰਮ ਸਪਤਨੀ ਨੇ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਦੇ ਮਾਤਾ ਜੀ ਨੇ, ਇਸ ਲਈ ਉਸ ਧਰਤੀ ਦਾ ਨਾਮ ਚੱਕ ਨਾਨਕੀ ਰੱਖਿਆ ਗਿਆ, ਆਨੰਦਪੁਰ ਸਾਹਿਬ ਵਸਾਇਆ ਗਿਆ। ਇਤਿਹਾਸਕਾਰ ਕਹਿੰਦੇ ਨੇ ਕਿ ਪਹਿਲੀ ਵਾਰ ਜਦੋਂ ਆਨੰਦਪੁਰ ਸਾਹਿਬ ਕਲਗੀਧਰ ਪਾਤਸ਼ਾਹ, ਜੋ ਤਕਰੀਬਨ 5 ਸਾਲ ਦੀ ਉਮਰ, ਔਰ ਗੁਰੂ ਤੇਗ ਬਹਾਦਰ ਮਹਾਰਾਜ ਦਾ ਮਿਲਾਪ ਜਦੋਂ ਪਹਿਲੀ ਵਾਰ ਪਿਤਾ ਔਰ ਪੁੱਤਰ ਦਾ ਹੋਇਆ,
महाराज ने कहा सी कि कुछ बचन सुनाओ, तो पहले बचन गुरु अमरदास महाराज की रचना दे विचों जो आनंद साहब की बाणी हुण समाप्ति वेले भी पढ़ी जाएगी, वो बचन पढ़े सन कि आनंद पिया मेरी माए सतगुरु मैं पाया। ये बचन सुन के धन गुरु तेग बहादुर सच्चे पातशाह ने उस माखोवाल की धरती चक नानकी का नाम रख दिता कि आनंदपुर साहिब। ये आनंदपुर साहब नाम उथों पिया। हुण जिथे धन गुरु तेग बहादुर सच्चे पातशाह आनंदपुर साहब की धरती पर टिकते ने, इतिहास बड़ा लंबेरा है, मैं संखेप जी अर्ज कर रहे हैं। धन गुरु कलगीधर पातशाह महाराज 5 साल तो लैके तकरीबन 9 साल तक 4 साल पिता दे नाल रहे ने। जदों 9 साल की उम्र के अंदर किरपा राम की अगवाई दे विच 16 ब्राह्मणों की टोली जड़ी है गुरु तेग बहादुर सच्चे पातशाह महाराज के घर आनंदपुर साहब ये फरियाद लैके पहुंच गए कि धन गुरु तेग बहादुर सच्चे पातशाह साडा धर्म खतरे दे विच है। हुण एक गल याद रखना, गुरु नानक सच्चे पातशाह नूं जदों जनेऊ पान लगे ते महाराज ने आख्या सी कि बाहर दे धारण किए हुए चिन्हां का कोई लाभ नहीं जे हिरदे अंदर उन्हां चिन्हां दे नाल गुण ना पैदा होण। महाराज ने वचन किए सन कि दया कपा संतोख सूत जत गंडी सत वट यह जनेऊ जी का है ही तां भांडे कत, ना ये टुटै ना मर लगै ना यह जलन जाए धन सो मानस नानका जो गल चले पाए। सतगुरु धन गुरु नानक सच्चे पातशाह ने आख्या कि जनेऊ पाना ठीक है पर नाल गुण भी पैदा होण। इंज कह लवा कि जिस जनेऊ नूं गुरु नानक सच्चे पातशाह ने धारण नहीं किया, उसे जनेऊ की रखिया लई जदों ब्राह्मण आके धन गुरु तेग बहादुर सच्चे पातशाह के चरनां दी फरियाद करते ने ते धन गुरु तेग बहादुर महाराज जनेऊ के राखे लई तिलक के राखे लई महाराज ने हिंदू धर्म की रखिया लई आके चांदनी चौक दिल्ली आके शहादत दी। ते कलगीधर पातशाह महाराज दे ये पावन बचन ने कि तिलक जंजू राखा प्रभता का कीनो बड़ो कलू में साका। एक ध्यान में तुहाडा औरंगजेब वल लैके जाना चाहता हाँ कि औरंगजेब जो दिल्ली का बादशाह है उकना कट्टर बिरती का मालक है। वो औरंगजेब के बारे ये कहा जाता है कि औरंगजेब ने अपने पिता शाहजहां नूं जेल के अंदर एक कमरे के अंदर नज़रबंद कर दिता ते पूरे दिन दे विच एक प्याला पानी का वो दिंदा सी पानी पीण वास्ते कि ये पानी तू भावें पी लै ते भावें वरत लै। शाहजहां ने एक बारी एक गल लिख के भेजी औरंगजेब नूं, आखन लगे औरंगजेब हिंदुआं नूं तू काफिर कहंदा है पर तेरे कोलों तो हिंदू बड़े भले ने, हिंदू बड़े चंगे ने। कहणगे तू जिंदे हुए पिता नूं नज़र बंद किया होया कारागार के अंदर बंद किया होया, पर जदों मैं देखदा हाँ वो हिंदू जड़े ने मरण तो बाद भी अपने बजुर्गों नूं पानी चढ़ाते ने, भावें वो वखरा पक्ष है पानी चढ़ाने का। पर शाहजहां ने इस चिट्ठी के अंदर लिखिया, कह लगा जिन्हां हिंदुआं नूं तू काफिर कहंदा है ना, वो हिंदू अपने मर चुके पूर्वज जो ने बजुर्ग जो ने उन्होंने पानी देते हैं और घट तो घट उन्होंने नाम के उपर श्राद्ध करते हैं, उन्होंने मरण तो बाद ही भोजन देते हैं। पर तू तो मैनू जिंदिया होया ही कारागार के अंदर नज़रबंद किया हुआ पानी का केवल एक प्याला देंदा है। औरंगजेब के मन के अंदर तरस नहीं आया, उसने अगों ये लिख के भेजिया अपने पिता नूं शाहजहां नूं, आखन लगा पानी का प्याला तेनों केवल एको ही दिता जाएगा, भावें ते इहदी शाही बना के तू लिखी जा ते भावें पी जा इस पानी। क्योंकि शाहजहां लिखण का बड़ा शौकीन सी, वो बड़ा कुछ लिखिया करता सी, चंगा राइटर सी और पेंटर सी।
ਕਹਿਣ ਲੱਗੇ ਭਾਵੇਂ ਇਸ ਪਾਣੀ ਦੇ ਵਿੱਚ ਤੂੰ ਕੁਝ ਮਿਲਾ ਕੇ ਸ਼ਾਹੀ ਬਣਾ ਕੇ ਭਾਵੇਂ ਦੀਵਾਰਾਂ ਰੰਗੀ ਜਾ, ਭਾਵੇਂ ਇਸ ਸ਼ਾਹੀ ਦੇ ਨਾਲ ਕੁਝ ਲਿਖੀ ਜਾ ਤੇ ਪਾਣੀ ਪੀ ਜਾ, ਪੀਣ ਨੂੰ ਕੇਵਲ ਇੱਕ ਪਿਆਲਾ ਹੀ ਮਿਲੇਗਾ, ਇਸ ਤੋਂ ਵੱਧ ਕੁਝ ਨਹੀਂ ਮਿਲਣਾ। ਇਹ ਸ਼ਾਹਜਹਾਨੇ ਨਾਲ ਵਰਤਿਆ। ਔਰੰਗਜ਼ੇਬ ਦੀ ਕੇਵਲ ਇੱਕੋ ਭੈਣ ਸੀ ਜਿਹਦਾ ਨਾਮ ਸੀ ਰੋਸ਼ਨਾਰਾ। ਰੋਸ਼ਨਾਰਾ ਹਾਲਾਂਕਿ ਔਰੰਗਜ਼ੇਬ ਦੇ ਪੱਖ ਵਿੱਚ ਸੀ, ਪਰ ਔਰੰਗਜ਼ੇਬ ਨੇ ਉਸ ਨੂੰ ਵੀ ਜੇਲ੍ਹ ਦੇ ਵਿੱਚ ਪਾ ਕੇ ਜ਼ਹਿਰ ਦੇ ਦਿੱਤਾ, ਕਿਉਂਕਿ ਸੋਚਦਾ ਸੀ ਕਿਧਰੇ ਇਹ ਨਾ ਹੋਏ ਕਿ ਕੱਲ ਨੂੰ ਮੇਰਾ ਕੋਈ ਇਸੇ ਨਾਲ ਜਿਹਦਾ ਵਿਆਹ ਹੋਏਗਾ ਜੀਜਾ ਬਣ ਕੇ ਜਦੋਂ ਆਏ ਤੇ ਮੇਰੇ ਇਸ ਸਲਤਨਤ ਦੇ ਉੱਪਰ, ਇਸ ਰਾਜ ਦੇ ਉੱਪਰ ਕਬਜ਼ਾ ਕਰ ਲਏ। ਇਸ ਲਈ ਰੋਸ਼ਨ ਆਰਾ ਦਾ ਵੀ ਕਤਲ ਕਰ ਦਿੱਤਾ। ਔਰੰਗਜ਼ੇਬ ਦੀ ਇੱਕੋ ਧੀ ਸੀ, ਉਸ ਨੂੰ ਵੀ ਜੇਲ੍ਹ ਦੇ ਨੇ ਪਾ ਦਿੱਤਾ ਸੀ। ਇੱਕ ਭਰਾ ਸੀ ਜਿਹਦਾ ਨਾਮ ਦਾਰਾ ਸ਼ਿਕੋ ਹੈ, ਦਾਰਾ ਸ਼ਿਕੋ ਦਾ ਵੀ ਔਰੰਗਜ਼ੇਬ ਨੇ ਕਤਲ ਕਰ ਦਿੱਤਾ। ਇੱਕ ਗੱਲ ਕਰਕੇ ਮੈਂ ਆਪਣੇ ਸਬਜੈਕਟ ਵੱਲ ਆਵਾਂ। ਸਰਮੰਦ ਨਾਮ ਦਾ ਫਕੀਰ ਜੋ ਹਿੰਦੁਸਤਾਨ ਦਾ ਨਹੀਂ ਬਾਹਰ ਦਾ ਸੀ, ਦਾਰਾ ਸ਼ਿਕੋ ਦੇ ਨਾਲ ਚੰਗੀ ਉਹਦੀ ਬਣਦੀ ਸੀ। ਔਰੰਗਜ਼ੇਬ ਨੇ ਆਪਣੇ ਦਰਬਾਰ ਦੇ ਅੰਦਰ ਸਰਮੰਦ ਨੂੰ ਬੁਲਾਇਆ। ਸਰਮੰਦ ਫਕੀਰ ਤਨ ਦੇ ਉੱਪਰ ਬਹੁਤੇ ਕੱਪੜੇ ਨਹੀਂ ਸੀ ਪਾਉਂਦਾ, ਪਰ ਸਰੀਰ ਨੂੰ ਜਿਤਨੇ ਢੱਕਣ ਵਾਸਤੇ ਚਾਹੀਦੇ ਨੇ ਉਤਨੇ ਜ਼ਰੂਰ ਪਾਉਂਦਾ ਸੀ ਉਹ। ਔਰੰਗਜ਼ੇਬ ਦੇ ਦਰਬਾਰ ਦੇ ਅੰਦਰ ਜਦੋਂ ਸਰਮੰਦ ਨਾਮ ਦਾ ਫਕੀਰ ਆਇਆ ਤੇ ਔਰੰਗਜ਼ੇਬ ਨੇ ਇੱਕ ਕਪੜਾ ਜਿਹੜਾ ਹੈ ਸਰਮੰਦ ਵੱਲ ਸੁੱਟਿਆ ਤੇ ਆਖਣ ਲੱਗਾ, ਜਾ ਕੇ ਪਹਿਲੇ ਕੱਪੜੇ ਪਾ ਕੇ ਆ, ਤੈਨੂੰ ਅੰਦਰ ਆਉਣ ਦੀ ਤਮੀਜ਼ ਨਹੀਂ ਹੈ ਕਿ ਕਿਸ ਤਰ੍ਹਾਂ ਦਰਬਾਰ ਦੇ ਅੰਦਰ ਹਾਜ਼ਰ ਹੋਈਦਾ। ਸਰਮੰਦ ਫਕੀਰ ਆਪਣੀ ਮੌਜ ਤੇ ਆਖਣ ਲੱਗਾ, ਤੇਰੇ ਦਿੱਤੇ ਹੋਏ ਕੱਪੜਿਆਂ ਨੂੰ ਮੈਨੂੰ ਪਾਉਣ ਦੀ ਲੋੜ ਨਹੀਂ ਹੈ। ਆਖਣ ਲੱਗਾ, ਤੂੰ ਆ ਕੇ ਤੂੰ ਝੁਕਿਆ ਨਹੀਂ, ਤੂੰ ਸਲਾਮ ਨਹੀਂ ਕੀਤਾ। ਇੱਕ ਬਾਦਸ਼ਾਹ ਦੇ ਅੱਗੇ ਆ ਕੇ ਝੁਕਣਾ ਪੈਂਦਾ, ਸਲਾਮ ਕਰਨੀ ਪੈਂਦੀ ਹੈ। ਸਰਮੰਦ ਕਹਿਣ ਲੱਗਾ, ਇੱਕ ਬਾਦਸ਼ਾਹ ਦੂਸਰੇ ਬਾਦਸ਼ਾਹ ਦੇ ਅੱਗੇ ਨਹੀਂ ਝੁਕਦਾ। ਔਰੰਗਜ਼ੇਬ ਨੇ ਕਿਹਾ, ਤੂੰ ਕਾਹਦਾ ਬਾਦਸ਼ਾਹ ਹੈ? ਨਾ ਤੇਰੇ ਕੋਲ ਫੌਜਾਂ ਨੇ, ਨਾ ਤੇਰੇ ਕੋਲ ਖਜ਼ਾਨਾ ਹੈ, ਨਾ ਤੇਰੇ ਕੋਲ ਤਾਕਤ ਹੈ। ਸਰਮੰਦ ਨੇ ਬੜੀ ਪਿਆਰੀ ਗੱਲ ਲਿਖੀ ਉੱਥੇ। ਉਹ ਆਖਣ ਲੱਗਾ ਕਿ ਤੂੰ ਕਹਿੰਦਾ ਹੈ ਕਿ ਤੇਰੇ ਕੋਲ ਫੌਜਾਂ ਨਹੀਂ, ਤੇਰੇ ਕੋਲ ਖਜ਼ਾਨਾ ਵੀ ਨਹੀਂ ਹੈ ਔਰ ਤੇਰੇ ਕੋਲ ਤਾਕਤ ਵੀ ਨਹੀਂ ਹੈ। ਕਹਿਣ ਲੱਗਾ, ਔਰੰਗਜ਼ੇਬ ਤੂੰ ਫੌਜਾਂ ਤਾਂ ਰੱਖੀਆਂ ਹੋਈਆਂ ਨੇ, ਤੈਨੂੰ ਡਰ ਹੋਏਗਾ ਕਿ ਤੇਰੇ ਇਸ ਤਖਤ ਦੇ ਉੱਪਰ ਕੋਈ ਹਮਲਾ ਨਾ ਕਰ ਦੇ, ਪਰ ਮੈਂ ਫੌਜਾਂ ਤਾਂ ਨਹੀਂ ਰੱਖਦਾ ਕਿਉਂਕਿ ਮੈਂ ਸਾਰੀ ਮਨੁੱਖਤਾ ਦੇ ਅੰਦਰ ਪਰਮਾਤਮਾ ਨੂੰ ਵਸਦਾ ਉਹ ਦੇਖਦਾ। ਮੇਰੇ ਵਾਸਤੇ ਕੋਈ ਬਿਗਾਨਾ ਹੀ ਨਹੀਂ ਹੈ, ਮੈਂ ਸਾਰਿਆਂ ਦੇ ਵਿੱਚ ਪਰਮਾਤਮਾ ਨੂੰ ਵੇਖਦਾ, ਇਸ ਲਈ ਮੈਨੂੰ ਫੌਜਾਂ ਦਾ ਵੀ ਰੱਖਣ ਦਾ ਕੋਈ ਲੋੜ ਨਹੀਂ ਹੈ ਮੈਨੂੰ। ਆਖਣ ਲੱਗਾ, ਫਿਰ ਜੇ ਤੂੰ ਕਹਿੰਦਾ ਹੈ ਕਿ ਤੇਰੇ ਕੋਲ ਤਾਕਤ ਨਹੀਂ ਹੈ, ਤੇਰੇ ਕੋਲ ਧਨ ਨਹੀਂ ਹੈ, ਕਹਿਣ ਲੱਗਾ, ਧਨ ਦੀ ਮੈਨੂੰ ਇਤਨੀ ਲੋੜ ਨਹੀਂ, ਜਿਤਨੀ ਮੈਨੂੰ ਲੋੜ ਹੁੰਦੀ ਹੈ ਮੈਂ ਆਪਣਾ ਗੁਜ਼ਾਰਾ ਕਰ ਲੈਂਦਾ ਹਾਂ, ਇਤਨੇ ਬਹੁਤੇ ਧਨ ਦੀ ਵੀ ਮੈਨੂੰ ਲੋੜ ਨਹੀਂ। ਅਖੀਰ ਦੇ ਉਹਨੇ ਬਚਨ ਕੇ ਕਹਿਣ ਲੱਗਾ, ਤੂੰ ਤਖਤ ਉੱਪਰ ਬੈਠਾ ਹੋਇਆ ਹੈ। ਕਹਿਣ ਲੱਗਾ, ਮੈਂ ਉਸ ਤਖਤ ਦੇ ਉੱਪਰ ਨਹੀਂ ਬੈਠਣਾ ਚਾਹੁੰਦਾ ਜਿਸ ਤਖਤ ਦੇ ਉੱਪਰ ਬੈਠ ਕੇ ਆਪਣੇ ਭਰਾ ਦਾ ਕਤਲ ਕਰਨਾ ਹੋਏ, ਆਪਣੀ ਭੈਣ ਨੂੰ ਜ਼ਹਿਰ ਦੇਣੀ ਹੋਏ, ਆਪਣੇ ਪਿਤਾ ਨੂੰ ਕਾਰਾਗਾਰ ਦੇ ਵਿੱਚ ਪਾ ਕੇ ਨਜ਼ਰ ਬੰਦ ਕਰਨਾ ਹੋਏ। ਕਹਿਣ ਲੱਗਾ, ਮੈਨੂੰ ਉਸ ਤਖਤ ਦੀ ਵੀ ਲੋੜ ਨਹੀਂ ਹੈ। ਪਹਿਲੀ ਵਾਰ ਕਿਸੇ ਨੇ ਔਰੰਗਜ਼ੇਬ ਨੂੰ ਇਤਨੇ ਕਰੜੇ ਬਚਨ ਕਹੇ ਸਨ। ਕਹਿਣ ਲੱਗਾ, ਇਸ ਸਰਮੰਦ ਦਾ ਕਤਲ ਕਰ ਦਿੱਤਾ ਜਾਏ। ਸਰਮੰਦ ਦਾ ਕਤਲ ਕਰ ਦਿੱਤਾ ਗਿਆ ਤੇ ਲਾਲ ਕਿਲੇ ਦੇ ਕੋਲ ਉਹਦੀ ਕਬਰ ਬਣੀ ਹੋਈ ਹੈ ਅੱਜ ਵੀ। ਔਰੰਗਜ਼ੇਬ ਕਿਉਂਕਿ ਬੜਾ ਕੱਟੜ ਸੀ ਔਰ ਇਸਲਾਮ ਧਰਮ ਦੇ ਅੰਦਰ ਰਾਗ ਨੂੰ ਨਹੀਂ ਗਾਇਆ ਜਾਂਦਾ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਬੜਾ ਪਰਉਪਕਾਰ ਕੀਤਾ ਹੈ। ਮੈਂ ਕਈ ਵਾਰੀ ਅਰਜ਼ ਕਰਦਾ ਹਾਂ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਜਿਹੜੀ ਹੈ ਸਾਰੀ ਰਾਗਾਂ ਦੇ ਵਿੱਚ ਹੈ। ਸਾਰੇ ਧਾਰਮਿਕ ਗ੍ਰੰਥ ਮੁਬਾਰਕ ਨੇ, ਨਮਸਕਾਰ ਹੈ ਉਹਨਾਂ ਨੂੰ, ਪਰ ਉਹਨਾਂ ਅੰਦਰ ਰਾਗ ਨਹੀਂ ਨੇ, ਔਰ ਖਾਸ ਕਰਕੇ ਇਸਲਾਮ ਧਰਮ ਦੇ ਅੰਦਰ, ਕਿਉਂਕਿ ਉਹ ਮੰਨਦੇ ਸਨ ਕਿ ਰਾਗ ਜਿਹੜਾ ਹੈ ਉਹ ਨਿਵਾਣ ਵੱਲ ਲੈ ਕੇ ਜਾਂਦਾ ਹੈ। ਪਰ ਅੱਜ ਦੇਖੋ ਗੁਰਦੁਆਰਿਆਂ ਅੰਦਰ ਸਾਰੇ ਰਾਗ ਦੇ ਵਿੱਚ ਹੀ ਬਾਣੀ ਗਾਈ ਜਾਂਦੀ ਹੈ। ਮਹਾਰਾਜ ਨੇ ਆਖਿਆ ਕਿ ਰਾਗ ਮਲੀਨ ਨਹੀਂ ਹੈ, ਇਹ ਮਨੁੱਖ ਦੀ ਆਪਣੀ ਬਿਰਤੀ ਹੈ ਕਿ ਰਾਗ ਨੂੰ ਵਰਤਣਾ ਕਿਵੇਂ ਹੈ। ਪਹਿਲਾ ਰਾਗ ਜਿਹੜਾ ਗੁਰੂ ਗ੍ਰੰਥ ਸਾਹਿਬ ਅੰਦਰ ਸ਼੍ਰੀ ਰਾਗ ਹੈ। ਮਹਾਰਾਜ ਨੇ ਬਚਨ ਕੀਤੇ, ਰਾਗਾਂ ਵਿੱਚ ਸ਼੍ਰੀ ਰਾਗ ਹੈ ਜੇ ਸੱਚ ਧਰੇ ਪਿਆ।
श्री राग सब तो श्रेष्ठ राग है, पर जे उसी सच नाल प्यार पाया जाए, सच की गल की जाए, वो राग भी प्रधान हो जाता है। ते राग अंदर इतनी शक्ति सी, महाराज ने मर्दाने नूं नाल रखे आ ते गुरु नानक सच्चे पातशाह रागां दे सारी बाणी जड़ी है वो गायन की है। एक वखरा सबजैक्ट है ये, जो गुरु नानक सच्चे पातशाह बगदाद की धरती पर जाके एक ओंकार की धुन उलापी ते 10 गीर भी आ गया सी कि कौन है जिहड़ा आके बगदाद की एक इस्लामिक कंट्री दे विच आके कोई राग गा रहा है, क्योंकि राग नूं बड़ा मैला गिणदे सन। ए दिल्ली की धरती के उपर रागियां ने, उस वेले दे संगीतकारां ने राग का जनाजा कढ़िया। मैनूं कहण देना जिवें अज भी औरंगजेब के बराबर जो अज की सरकार बनी हुई है, उसके खिलाफ धरने के उपर अज किसान बैठे हुए ने, उस वेले भी राग के खिलाफ जो धरना कढ़िया गया कि औरंगजेब के कन्नां दे विच आवाज़ पे कि राग के पक्ष दे विच लोग धरने दे बैठे हुए ने कि राग नूं गाण नूं सानूं दित्ती जाए इजाजत। ते औरंगजेब ने आख्या तुसी भला कीता है कि जे राग का जनाजा तुसी कढ़ दिता है ना, चंगा कीता है। उस राग नूं इतना जमीन दे दफनाना कि बाहर निकल न सके। कन्ना तक आवाज़ जड़ी है वो सरकार दे अज भी नहीं पहुंच रही, ते पहुंची पहले भी नहीं सी। सतगुरु महाराज ने सच ले सुनेहा दिता ते औरंगजेब, हालांकि औरंगजेब नूं धन गुरु कलगीधर पातशाह महाराज ने जफरनामे अंदर भी सच का सुनेहा दे के बार बार सुचेत किया कि सच की बाणी नानक आखै, सच सुनायसी सच की बेला। गुरु नानक सच्चे पातशाह ने जे जनेऊ की गल की ते उसे जनेऊ की रखिया लई धन गुरु तेग बहादुर सच्चे पातशाह महाराज तिलक जंजू राखा प्रभताका कलगीधर कहते ने, कीनो बड़ो कलू मैं साका धर्म हेत साका जिन किया सीस दिया पर सिर न दिया। सतगुर कृपा करन। अगला इतिहास आप नाल आने वाले दीवाना की साझा करांगे जी। इतनी एक बेनती प्रवान करनी, बोलदे आ बेअंत भुल्लां गुरु समर्थ है, संगत बख्शण जोग है जी। बख्श देना आखो प्यार नाल।